ਸਮੇਲ ਪੋਡਕਾਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਜਰ ਮੰਗਟ ਵੱਲੋਂ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਅਤੇ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਦੁਨੀਆ ਭਰ ਵਿੱਚ ਬੈਠੇ तमाम ਦਰਸ਼ਕਾਂ ਨੂੰ ਸਾਲ 2022 ਦੀਆਂ ਮੁਬਾਰਕਾਂ ਪੇਸ਼ ਕਰਦੇ ਹਾਂ ਤੇ ਉਮੀਦ ਕਰਦੇ ਹਾਂ, ਕਾਮਨਾ ਕਰਦੇ ਹਾਂ ਕਿ ਇਹ ਸਾਲ ਤੁਹਾਡੇ ਸਾਰਿਆਂ ਲਈ ਬਹੁਤ ਖੁਸ਼ੀਆਂ, ਖੇੜੇ, ਤੰਦਰੁਸਤੀਆਂ ਲੈ ਕੇ ਆਵੇ। ਸੋ 2021 ਨੂੰ ਦੋਸਤੋ ਆਪਾਂ ਅਲਵਿਦਾ ਕਹਿ ਚੁੱਕੇ ਹਾਂ। ਸੋ 2021 ਦੇ ਵਿੱਚ ਜਿਹੜੇ ਹਾਲਾਤ ਸਨ ਭਾਵੇਂ ਉਹ ਬਹੁਤੇ ਸਾਜ਼ਗਾਰ ਨਹੀਂ ਰਹੇ, ਕਿਉਂਕਿ ਕੋਵਿਡ-19 ਜਿਹੜਾ ਸਨ 2019 ਦੇ ਵਿੱਚ ਸ਼ੁਰੂ ਹੋਇਆ ਸੀ, ਉਹ 2020 ਤੋਂ ਹੁੰਦਾ ਹੋਇਆ 2021 ਵਿੱਚ ਵੀ ਸਾਡੇ ਪਿੱਛੇ ਪਿਆ ਰਿਹਾ। ਤੋ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਗਈਆਂ, ਤੋਂ ਬਹੁਤ ਸਾਰੇ ਜਿਹੜੇ ਸਮਾਗਮ, ਖੁਸ਼ੀਆਂ, ਗਮੀਆਂ ਦੇ ਉਹ ਠੱਪ ਹੋ ਗਏ, ਵਿਆਹ ਸ਼ਾਦੀਆਂ ਠੱਪ ਹੋ ਗਈਆਂ ਤੇ ਜਿੰਨੇ ਸਾਹਿਤਕ ਸਰਗਰਮੀਆਂ ਸੀਗੀਆਂ ਉਹਨਾਂ ਨੂੰ ਰੋਕ ਲੱਗ ਗਈ ਤੇ ਜਿਹੜਾ ਹੈਗਾ ਉਹ ਆਨਲਾਈਨ ਜਾਂ ਕਹਿ ਲਓ ਵਰਚੁਅਲ ਹੀ ਸਮਾਗਮ ਹੀ ਹੁੰਦੇ ਰਹੇ ਤੇ ਸਾਡਾ ਜਿਹੜਾ ਆਪਸੀ ਮੇਲ ਮਿਲਾਪ ਹੈ, ਇੱਕ ਦੂਸਰੇ ਦੇ ਘਰਾਂ 'ਚ ਜਾਣਾ, ਉਹ ਰੁਕਿਆ ਰਿਹਾ। ਲੇਕਿਨ 2021 ਦੇ ਅੰਤ ਤੇ ਸੋ ਇਹ ਜਿਹੜਾ ਨਵਾਂ ਇੱਕ ਵੇਰੀਐਂਟ ਹੈ ਓਮੀਕਰੋਨ, ਸੋ ਉਸਨੇ ਪੂਰੀ ਦੁਨੀਆ ਨੂੰ ਵਕਤ ਪਾਇਆ ਹੈ ਤੇ ਕੇਸ ਲਗਾਤਾਰ ਇੱਕ ਵਾਰ ਫੇਰ ਕੈਨੇਡਾ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਨੇ ਜਿਹੜੇ ਉਹ ਵੱਧ ਰਹੇ ਨੇ। ਬਹੁਤ ਸਾਰੀਆਂ ਪਾਬੰਦੀਆਂ ਨੇ ਜਿਹੜੀਆਂ ਉਹ ਮੁੜ ਕੇ ਲੱਗ ਰਹੀਆਂ ਨੇ। ਸੋ ਇਹ ਜਿਹੜੇ ਵੇਰੀਐਂਟ ਨੇ ਵਾਰ-ਵਾਰ ਆਉਂਦੇ, ਸੋ ਇਹਨਾਂ ਨੇ ਪੂਰੀ ਮਨੁੱਖਤਾ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਸੋ ਇਸੇ ਪ੍ਰਕਾਰ ਜਿਹੜੀਆਂ ਸਰਕਾਰਾਂ ਨੇ ਉਹ ਜਿਹੜੀਆਂ ਵੈਕਸੀਨ ਡੋਜ਼ਿਸ ਨੇ ਉਹ ਦੇ ਰਹੀਆਂ ਨੇ। ਤਾਂ ਸਾਡੇ ਹੁਣ ਇੱਥੇ ਕੈਨੇਡਾ ਦੇ ਵਿੱਚ ਜਿਹੜੀ ਬੂਸਟਰ ਡੋਜ਼ ਹੈ ਜਾਂ ਆਪਾਂ ਕਹਿ ਲਓ ਜਿਹੜੀ ਤੀਸਰੀ ਵੈਕਸੀਨ ਦੀ ਡੋਜ਼ ਹੈ ਉਹ ਧੜਾ ਲਗਾਈ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਜਿਹੜਾ ਉਹ ਸੁਰੱਖਿਅਤ ਰੱਖਿਆ ਜਾ ਸਕੇ। ਸੋ ਉਮੀਦ ਕਰਦੇ ਹਾਂ ਕਿ ਜਿਹੜਾ ਸਨ 2022 ਹੁਣ ਸ਼ੁਰੂਆਤ ਜਿਹਦੀ ਹੋਈ ਹੈ ਤੋ ਇਹਦੇ ਵਿੱਚ ਸਾਨੂੰ ਇਸ ਤਰ੍ਹਾਂ ਦੇ ਹਾਲਾਤ ਵੇਖਣ ਨੂੰ ਨਹੀਂ ਮਿਲਣਗੇ। ਕਾਮਨਾ ਤਾਂ ਸਾਡੀ ਇਹੀ ਹੈ ਕਿ ਮੁੜ ਤੋਂ ਜਿਹੜਾ ਜੀਵਨ ਹੈ ਉਹ ਆਮ ਦੀ ਤਰ੍ਹਾਂ ਹੋਵੇ ਤੋ ਉਸੇ ਤਰ੍ਹਾਂ ਸਰਗਰਮੀਆਂ ਹੋਣ, ਉਸੇ ਤਰ੍ਹਾਂ ਖੁਸ਼ੀਆਂ ਗਮੀਆਂ ਦੇ ਸਮਾਗਮ ਹੋਣ, ਉਸੇ ਤਰ੍ਹਾਂ ਟਰੈਵਲ ਹੋਵੇ, ਉਸੇ ਤਰ੍ਹਾਂ ਲੋਕ ਵਕੇਸ਼ਨਾਂ ਨੂੰ ਮਾਣਨ। ਸੋ ਉਸੇ ਤਰ੍ਹਾਂ ਜਿਹੜੇ ਕੰਮ ਨੇ ਲੋਕਾਂ ਦੇ, ਜਿਹੜੀਆਂ ਜੌਬਾਂ ਨੇ ਉਹ ਚੱਲਦੀਆਂ ਰਹਿਣ। ਸੋ ਦੋਸਤੋ ਸਾਲ 2021 ਸਾਡੇ ਤੋਂ ਜਿੱਥੇ ਬਹੁਤ ਕੁਝ ਦੇ ਕੇ ਗਿਆ ਹੈ, ਦੇਣ ਤੋਂ ਭਾਵ ਕਿ ਬਹੁਤ ਸਾਰੀਆਂ ਨਵੀਆਂ ਫਿਲਮਾਂ ਆਈਆਂ, ਬਹੁਤ ਸਾਰੇ ਗੀਤ ਆਏ, ਤੋਂ ਖਾਸ ਤੌਰ 'ਤੇ ਜਿਹੜਾ 2021 ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ ਉਹ ਕਿਸਾਨੀ ਸੰਘਰਸ਼, ਜੋ ਦੁਨੀਆ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਉਦਾਹਰਨ ਸੀ। ਤੋਂ ਐਡਾ ਵੱਡਾ ਸੰਘਰਸ਼, ਇੰਨੇ ਡਿਸਿਪਲਿਨ ਵਾਲਾ, ਤੋਂ ਬਗੈਰ ਕਿਸੇ ਹਿੰਸਾ ਤੋਂ ਇੰਨਾ ਲੰਬਾ ਚੱਲਦਾ ਰਹਿਣਾ ਤੋਂ ਬਹੁਤ ਵੱਡੀ ਗੱਲ ਸੀ। ਤੋਂ ਉਹ ਜਿਹੜਾ ਸੰਘਰਸ਼ ਹੈ ਉਹ ਸ਼ਾਂਤੀਪੂਰਨ ਤੇ ਬੜੀ ਹੀ ਖੁਸ਼ੀ ਦੇ ਨਾਲ ਸਮਾਪਤ ਹੋਇਆ। ਕਿਉਂ ਸਮਾਪਤ ਹੋਇਆ? ਕਿਉਂਕਿ ਭਾਰਤ ਸਰਕਾਰ ਜਿਹੜੀ ਪਹਿਲਾਂ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਨੂੰ ਤਿਆਰ ਨਹੀਂ ਸੀ, ਅੜੀ ਹੋਈ ਸੀ, ਤੋਂ ਉਹਨੇ ਇੱਕ ਪੜਾਅ 'ਤੇ ਆ ਕੇ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਿਸਾਨਾਂ ਦੀਆਂ ਪ੍ਰਵਾਨ ਕਰ ਲਈਆਂ ਤੇ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਤੋਂ ਲੈ ਕੇ ਪੰਜਾਬ ਤੱਕ ਫਤਿਹ ਮਾਰਚ ਕੀਤਾ ਅਤੇ ਖੁਸ਼ੀਆਂ ਮਨਾਈਆਂ। ਸੋ ਮੈਂ ਸਮਝਦਾ ਕਿ ਇਹ ਜਿਹੜਾ ਇੱਕ ਸੰਘਰਸ਼ ਸੀ, ਸੋ ਉਸ ਦਾ ਜਿਹੜਾ ਸੁਖਦਾਈ ਅੰਤ ਜਿਹੜਾ ਹੈਗਾ ਹੋਣਾ ਜਾਂ ਕਿਸਾਨਾਂ ਦੇ ਖੁਸ਼ੀ ਘਰ ਪਰਤਣਾ, ਤੋਂ ਇਹ ਇੱਕ ਬੜੀ ਚੰਗੀ ਗੱਲ ਸੀ। ਤੋਂ ਇਹ ਜਿਹੜੀ ਸਾਲ 2021 ਦੀ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਸੋ ਉਸੇ ਤਰ੍ਹਾਂ ਤੁਸੀਂ ਅਖਬਾਰਾਂ ਦੇ ਵਿੱਚ ਜਿਹੜਾ ਇਸ ਸਾਲ ਦੇ ਲੇਖੇ ਜੋਖੇ, ਕੀ ਚੰਗਾ ਸੀ, ਕੀ ਮਾੜਾ ਸੀ, ਉਹ ਪੜ੍ਹ ਹੀ ਚੁੱਕੇ ਹੋ। ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਪੰਜਾਬੀ ਸਾਹਿਤ ਦੇ ਵਿੱਚ ਨਵੀਆਂ ਕਿਤਾਬਾਂ, ਕਹਾਣੀਆਂ ਦੀਆਂ ਆਈਆਂ, ਨਾਵਲ ਆਏ, ਕਵਿਤਾ ਆਈ, ਸਫ਼ਰਨਾਮੇ ਆਏ, ਤੋਂ ਉਹਨਾਂ ਦੇ ਬਾਰੇ ਜਿਹੜੀ ਗੱਲ ਹੈ ਉਹ ਤੁਸੀਂ ਜਾਣ ਹੀ ਚੁੱਕੇ ਹੋ। ਤੋਂ ਉਹਨਾਂ ਦਾ ਵੀ ਜਿਹੜਾ ਲੇਖਾ ਜੋਖਾ ਹੈ ਤੁਸੀਂ ਉਹ ਅਖਬਾਰਾਂ ਦੇ ਵਿੱਚ ਪੜ੍ਹ ਚੁੱਕੇ ਹੋ। ਸੋ 2021 ਦੇ ਵਿੱਚ ਸਾਡੇ ਤੋਂ ਕਈ ਨਾਮਵਰ ਸ਼ਖਸੀਅਤਾਂ ਵਿਛੋੜਾ ਲੈ ਗਈਆਂ, ਅਲਵਿਦਾ ਕਹਿ ਗਈਆਂ। ਤੋਂ ਜਿਨ੍ਹਾਂ ਦੇ ਵਿੱਚ ਮੋਹਨ ਭੰਡਾਰੀ ਜੀ ਪਿਛਲੇ ਪੜਾਅ 'ਤੇ ਆ ਕੇ ਸਾਲ ਦੇ, ਗੁਰਦੇਵ ਰਪਾਣਾ ਜੀ ਉਹ ਵੀ ਚਲੇ ਗਏ ਜਿਨ੍ਹਾਂ ਦਾ ਕਹਾਣੀ ਦੇ ਵਿੱਚ ਬੜਾ ਨਾਂ ਸੀ। ਸੋ ਇਸੇ ਪ੍ਰਕਾਰ ਸਾਲ ਦੇ ਬਿਲਕੁਲ ਅੰਤ 'ਤੇ ਕ੍ਰਿਸਮਸ ਵਾਲੇ ਦਿਨ ਦਸੰਬਰ 25 ਨੂੰ ਸੋ ਡਾਕਟਰ ਕਰਨੈਲ ਸਿੰਘ ਥਿੰਦ, ਤੋਂ ਜਿਨ੍ਹਾਂ ਦਾ ਪੰਜਾਬੀ ਸਾਹਿਤ ਨੂੰ, ਪੰਜਾਬ ਦੇ ਲੋਕ ਵਿਰਸੇ ਨੂੰ, ਸੱਭਿਆਚਾਰ ਨੂੰ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਆਈਆਂ ਤੇ ਉਹਨਾਂ ਨੇ ਪਾਕਿਸਤਾਨੀ ਜਿਹੜਾ ਸ਼ਾਹਮੁਖੀ 'ਚ ਲਿਖਿਆ ਸਾਹਿਤ ਸੀ ਉਹਨਾਂ ਨੂੰ ਪੰਜਾਬੀ ਦੇ ਵਿੱਚ ਲੈ ਕੇ ਆਉਣ ਲਈ ਕਾਫੀ ਕੰਮ ਕੀਤਾ। ਤੋਂ ਇਸ ਦੇ ਨਾਲ ਉਹ ਬਹੁਤ ਸਾਰੀਆਂ ਜਿਹੜੀਆਂ ਵਿਸ਼ਵ ਪੱਧਰ 'ਤੇ ਕਾਨਫਰੰਸਾਂ ਹੁੰਦੀਆਂ ਸਨ, ਚਾਹੇ ਉਹ ਲਾਹੌਰ 'ਚ ਹੁੰਦੀਆਂ ਸਨ
ਜਾਂ ਉਹ ਕੈਨੇਡਾ ਦੇ ਵਿੱਚ ਹੁੰਦੀਆਂ ਸਨ, ਤਾਂ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਹੈਗਾ ਭਰਪੂਰ ਯੋਗਦਾਨ ਰਿਹਾ। ਸੋ ਇਸੇ ਪ੍ਰਕਾਰ ਤੇ ਉਹਨਾਂ ਦੀ ਜਿਹੜੀ ਦੇਣ ਸੀ ਉਹਨੂੰ ਭੁਲਾਇਆ ਨਹੀਂ ਜਾ ਸਕਦਾ, ਤੇ ਉਹਨਾਂ ਦਾ ਜਿਹੜਾ ਕੰਮ ਹੈ ਉਹਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਤੇ ਉਹਨਾਂ ਦਾ ਜਿਹੜਾ ਚਲੇ ਜਾਣਾ ਹੈ ਉਹ ਸਾਨੂੰ ਕਾਫੀ ਜਿਹੜਾ ਹੈਗਾ ਕੋਈ ਘਾਟਾ ਮਹਿਸੂਸ ਕਰਵਾ ਰਿਹਾ ਹੈ। ਤੋ ਅਸੀਂ ਉਹਨਾਂ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਨੇ, ਉਹਨਾਂ ਦਾ ਜਿਹੜਾ ਸਾਹਿਤ ਹੈ ਉਸ ਨੂੰ ਯਾਦ ਕਰਦੇ ਰਹਾਂਗੇ। ਸੋ ਇਸੇ ਪ੍ਰਕਾਰ ਦੋਸਤੋ 2021 ਦੇ ਅੰਤ ਤੇ, ਕਿਉਂਕਿ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵਿਗਿਆਨ ਸੰਬੰਧੀ ਗੱਲਾਂ ਵੀ ਕਰਦੇ ਹਾਂ, ਤਾਂ ਵਿਗਿਆਨ ਦੀ ਜਿਹੜੀ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਉਹ ਇਹ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਟੈਲੀਸਕੋਪ ਜੇਮਜ਼ ਵੈਬ ਨੂੰ ਪੁਲਾੜ ਦੇ ਵਿੱਚ ਭੇਜਣਾ, ਤਾਂ ਇਹ ਸਾਲ ਦੀ ਬਹੁਤ ਵੱਡੀ ਪ੍ਰਾਪਤੀ ਸੀ। ਕਿਉਂਕਿ ਜਦੋਂ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਸੀ, ਜਦੋਂ ਇਹ ਟੈਲੀਸਕੋਪ ਲਾਂਚ ਹੋਈ, ਇਹ ਟੈਲੀਸਕੋਪ ਜੋ ਕਿ ਅਮਰੀਕਾ ਦੇ ਵਿੱਚ ਨਾਸਾ ਵੱਲੋਂ ਬਹੁਤ ਸਾਰੇ ਦੇਸ਼ਾਂ ਦੇ ਸਹਿਯੋਗ ਨਾਲ ਬਣਾਈ ਗਈ, 13-14 ਜਿਹੜੇ ਦੇਸ਼ ਸੀ ਉਹਦੇ ਵਿੱਚ ਇਨਵੋਲਵ ਸੀ, ਸਾਡਾ ਕੈਨੇਡਾ ਵੀ ਉਹਦੇ ਵਿੱਚ ਇਨਵੋਲਵ ਸੀ। ਸੋ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਤੋ ਇਸ ਪ੍ਰੋਜੈਕਟ ਤੇ ਕੰਮ ਕੀਤਾ। ਬਹੁਤ ਸਾਰੇ ਵਿਗਿਆਨੀਆਂ ਨੇ, ਟੈਕਨੀਸ਼ੀਅਨਾਂ ਨੇ ਇਸ ਦੇ ਵਿੱਚ ਕੰਮ ਕੀਤਾ, ਜਿਹਦੇ ਉੱਪਰ $10 ਬਿਲੀਅਨ ਹੈ ਜਿਹੜਾ ਉਹ ਖਰਚ ਆਇਆ, ਤੇ ਕਾਫੀ ਸਾਰੇ ਸਾਲ ਨੇ ਜਿਹੜੇ ਤਕਰੀਬਨ 10 ਸਾਲ ਉਹ ਇਹਨੂੰ ਬਣਾਉਣ ਦੇ ਉੱਪਰ ਲੱਗੇ ਰਹੇ, ਤੇ ਆਖਰ ਦੇ ਵਿੱਚ ਇਹ ਪ੍ਰੋਜੈਕਟ ਸਿਰੇ ਚੜਿਆ। ਤੋ ਇਹ ਦੇਖਣ ਵਾਲੀ ਗੱਲ ਸੀ ਕਿ ਏਡੀ ਵੱਡੀ ਟੈਲੀਸਕੋਪ ਨੂੰ ਫਿਰ ਉਹ ਲੈ ਕੇ ਗਿਆਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਫਰਾਂਸ ਦਾ ਹਿੱਸਾ ਹੈ ਉੱਥੇ ਲਿਜਾਇਆ ਗਿਆ। ਤਾਂ ਉੱਥੇ ਜਿਹੜਾ ਹੈ ਐਰੀਆਨਾ ਸਪੇਸ ਜਿਹੜਾ ਸਟੇਸ਼ਨ ਹੈ, ਤਾਂ ਉੱਥੇ ਲਿਜਾ ਕੇ ਤੇ ਇਸ ਨੂੰ ਜਿਹੜਾ ਹੈਗਾ ਉਹ ਸਪੇਸ ਦੇ ਵਿੱਚ ਪੁਲਾੜ ਦੇ ਵਿੱਚ ਭੇਜਿਆ ਗਿਆ, ਤੇ ਇਸ ਨੂੰ ਜਿਹੜਾ ਰਾਕਟ ਲੈ ਕੇ ਗਿਆ ਸੋ ਉਹ ਸੀ VA-256 ਜਿਹੜੀ ਫਲਾਈਟ ਸੀ, ਇਹ ਇਸ ਨੂੰ ਪੁਲਾੜ ਦੇ ਵਿੱਚ ਲੈ ਕੇ ਗਈ। ਸੋ ਸਫਲਤਾਪੂਰਵਕ ਇਸ ਨੂੰ ਜਿਹੜਾ ਹੈਗਾ ਉਹ ਗ੍ਰਹਿਪੰਧ ਦੇ ਵਿੱਚ ਪਾ ਦਿੱਤਾ ਗਿਆ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਇਸ ਤੋਂ ਪਹਿਲਾਂ ਹਬਲ ਸਪੇਸ ਟੈਲੀਸਕੋਪ ਸਾਡੇ ਪੁਲਾੜ ਦੇ ਵਿੱਚ ਕੰਮ ਕਰਦੀ ਸੀ, ਤਾਂ ਹਬਲ ਸਪੇਸ ਨੇ ਬਹੁਤ ਸਾਰੀਆਂ ਜਾਣਕਾਰੀਆਂ ਸਾਨੂੰ ਦਿੱਤੀਆਂ। ਤਾਂ ਉਹਦਾ ਬੜਾ ਸੁਨਹਿਰਾ ਇਤਿਹਾਸ ਹੈ। ਤਾਂ ਉਹਨੇ ਗਲੈਕਸੀਆਂ ਬਾਰੇ ਦੱਸਿਆ, ਉਹਨੇ ਜਿਹੜੀ ਡੀਪ ਸਪੇਸ ਹੈ ਉਸ ਬਾਰੇ, ਡਾਰਕ ਐਨਰਜੀ ਬਾਰੇ, ਹਰ ਤਰ੍ਹਾਂ ਦਾ ਜਿਹੜਾ ਪ੍ਰੋਜੈਕਟ ਕੋਈ ਸੀ ਉਹਦੇ ਬਾਰੇ ਉਹਨੇ, ਨਵੇਂ ਜਿਹੜੇ ਪ੍ਰੋਜੈਕਟ ਸ਼ੁਰੂ ਹੋਏ ਉਹ ਉਸ ਦੀ ਜਾਣਕਾਰੀ ਦੇ ਆਧਾਰ 'ਤੇ ਸ਼ੁਰੂ ਹੋਏ। ਸੋ ਇਸੇ ਪ੍ਰਕਾਰ ਜਿਹੜੇ ਉਲਕਾ ਪਿੰਡ ਧਰਤੀ ਵੱਲ ਆਉਂਦੇ ਨੇ ਉਹਨਾਂ ਦੀ ਜਾਣਕਾਰੀ ਦੇਣੀ, ਤਾਂ ਜਿਹੜੇ ਨਵੂਲਾ ਵਾਪਰਦੇ ਨੇ ਜਾਂ ਹੋਰ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਉੱਥੇ ਸਪੇਸ ਦੇ ਵਿੱਚ, ਤੇ ਉਹਨਾਂ ਦੀ ਜਾਣਕਾਰੀ ਦੇਣੀ, ਸੋ ਉਹ ਦਿੰਦੀ ਸੀ। ਸੋ ਲੇਕਿਨ ਦੋਸਤੋ ਇਹ ਜਿਹੜੀ ਜੇਮਜ਼ ਵੈਬ ਟੈਲੀਸਕੋਪ ਹੈ ਉਹ ਉਸ ਤੋਂ ਕਿਤੇ ਵੱਧ ਸ਼ਕਤੀਸ਼ਾਲੀ ਹੈ। ਸੋ ਇਹਦੇ ਤੋਂ ਆਸ ਕੀਤੀ ਜਾਂਦੀ ਹੈ ਕਿ ਇਹ 13.5 ਬਿਲੀਅਨ ਸਾਲ ਤੱਕ ਦੀ ਜਿਹੜੀ ਰੌਸ਼ਨੀ ਹੈ ਉਸ ਨੂੰ ਪਕੜਨ ਦੀ ਸਮਰੱਥਾ ਰੱਖਦੀ ਹੈ। ਸੋ ਤੁਸੀਂ ਜਿਹੜਾ ਇਤਿਹਾਸ ਧਰਤੀ ਦਾ ਹੈ, ਜਦੋਂ ਡਾਇਨਾਸੌਰ ਸੀ, ਡਾਇਨਾਸੌਰ ਤੋਂ ਪਹਿਲਾਂ ਜਦੋਂ ਧਰਤੀ ਸਾਡੀ ਹੋਂਦ ਵਿੱਚ ਆਈ, ਤਾਂ ਉਦੋਂ ਦੀਆਂ ਜਿਹੜੀਆਂ ਪ੍ਰਭਾਵ ਨੇ ਉਹਨਾਂ ਨੂੰ ਇਹ ਰੌਸ਼ਨੀ ਦੇ ਜ਼ਰੀਏ ਪਕੜ ਸਕੇਗੀ। ਤਾਂ ਇਹਦੀ ਮੈਂ ਪੂਰੇ ਤੁਹਾਨੂੰ ਆਪਾਂ ਪ੍ਰੋਗਰਾਮ ਅੱਗੇ ਚੱਲ ਕੇ ਦੱਸਾਂਗੇ ਕਿ ਕਿੰਨੇ ਮੀਟਰ ਇਹ ਲੰਬੀ ਹੈ, ਤੇ ਕਿੰਨੇ ਵੱਡੇ ਇਸ ਦੇ ਲੈਂਜ ਹਨ, ਤੇ ਕਿੰਨੀ ਕਿਸ ਦੀ ਸਮਰੱਥਾ ਹੈ, ਤੇ ਕਿਵੇਂ ਇਹ ਕੰਮ ਕਰੇਗੀ। ਇਹਦੇ ਤੇ ਮੈਂ ਆਰਟੀਕਲ ਵੀ ਲਿਖਾਂਗਾ, ਤੇ ਇਹਦੇ ਆਉਣ ਬਾਰੇ ਕਿਸੇ ਪ੍ਰੋਗਰਾਮ ਦੇ ਵਿੱਚ ਆਪਾਂ ਇਹਦੀ ਜਾਣਕਾਰੀ ਦੇਵਾਂਗੇ। ਸੋ ਮੈਂ ਸਮਝਦਾ ਕਿ ਇੱਕ ਮਨੁੱਖੀ ਇਤਿਹਾਸ ਦੇ ਵਿੱਚ ਬਹੁਤ ਵੱਡੀ ਜਿਹੜੀ ਗੱਲ ਸੀ ਜੋ ਸਾਡੇ ਸਮਿਆਂ ਦੇ ਵਿੱਚ ਵਾਪਰੀ, ਤੇ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ, ਬਹੁਤ ਸਾਰੀ ਖੋਜਾਂ ਇਹ ਸਾਡੇ ਲਈ ਨਵੀਆਂ ਲੈ ਕੇ ਆਵੇਗੀ। ਸੋ ਦੋਸਤੋ ਇਸ ਦੇ ਨਾਲ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿਆਂ ਕਿ ਇਸ ਸਾਲ ਦੇ ਅੰਤ ਤੇ, ਭਾਵ 2021 ਦੇ ਅੰਤ ਤੇ ਜਿਹੜੇ ਸਾਹਿਤ ਅਕਾਡਮੀ ਪੁਰਸਕਾਰ ਦਿੱਲੀ ਦੇ ਵਿੱਚ ਦਿੱਤੇ ਜਾਂਦੇ ਨੇ, ਤਾਂ ਉਹਨਾਂ ਦਾ ਜਿਹੜਾ ਅਨਾਉਂਸਮੈਂਟ ਹੋਈ, ਤਾਂ ਉਹਦੇ ਵਿੱਚ ਸਾਡੇ ਜਿਹੜੇ ਨਿੱਘੇ ਮਿੱਤਰ ਨੇ, ਬਹੁਤ ਅੱਛੇ ਲੇਖਕ ਨੇ ਜੰਮੂ ਕਸ਼ਮੀਰ ਤੋਂ, ਖਾਲਿਦ ਹੁਸੈਨ ਸਾਹਿਬ, ਸੋ ਉਹਨਾਂ ਦੀ ਪੁਸਤਕ 16 ਦਾ ਸਾਲਣ ਨੂੰ ਜਿਹੜਾ ਸਾਹਿਤ ਅਕਾਡਮੀ ਪੁਰਸਕਾਰ ਮਿਲਿਆ। ਸੋ ਖਾਲਿਦ ਸਾਹਿਬ ਨਾਲ ਮੈਨੂੰ ਯੂਨੀਵਰਸਿਟੀਆਂ ਦੀਆਂ ਕਾਨਫਰੰਸਾਂ ਸਮੇਂ, ਜਾਂ ਪਿੱਛੇ ਇੱਕ ਚੰਡੀਗੜ੍ਹ ਕਾਨਫਰੰਸ ਹੋਈ ਦੀ, ਉਹਦੇ ਵਿੱਚ ਉਹਨਾਂ ਨਾਲ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਨ ਦਾ ਮੌਕਾ ਮਿਲਿਆ। ਟੈਲੀਫੋਨ 'ਤੇ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਹੈ, ਤੇ ਜਿਹੜੀ ਪੁਸਤਕ 16 ਦਾ ਸਾਲਨ ਹੈ ਤੇ ਉਹਨਾਂ ਦੀਆਂ ਹੋਰ ਪੁਸਤਕਾਂ ਉਹਨਾਂ ਨੂੰ ਪੜ੍ਹਨ ਦਾ ਮੌਕਾ ਵੀ ਮਿਲਿਆ ਹੈ। ਉਹ ਬੜਾ ਕਮਾਲ ਦੇ ਲਿਖਦੇ ਨੇ, ਉਹਨਾਂ ਕੋਲ ਜਿਹੜੀ ਇੱਕ ਵੱਖਰੀ ਸ਼ੈਲੀ ਹੈ,
ਉਹਨਾਂ ਕੋਲ ਜਿਹੜਾ ਵਿਸ਼ਾ ਵਸਤੂ ਹੈ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਹੈ, ਤੋਂ ਜੋ ਉੱਥੋਂ ਦਾ ਜਿਹੜਾ ਮਾਹੌਲ ਹੈ ਉਸ ਨੂੰ ਸਿਰਜਣ ਦੇ ਵਿੱਚ ਉਹਨਾਂ ਨੇ ਬੜੀ ਕਮਾਲ ਕੀਤੀ ਹੈ। ਤੋਂ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਬੜੀ ਹੀ ਪੜ੍ਹਨਯੋਗ ਅਤੇ ਕਮਾਲ ਦੀ ਹੁੰਦੀ ਹੈ, ਬੜੀ ਜਾਣਕਾਰੀ ਭਰਪੂਰ ਹੁੰਦੀ ਹੈ। ਉਹਨਾਂ ਦੇ ਜਿਹੜੇ ਵਿਸ਼ੇ ਨੇ ਉਹ ਵੀ ਵਿਲੱਖਣ ਹੁੰਦੇ ਨੇ। ਸੋ ਅਸੀਂ ਖਾਲਿਦ ਹੁਸੈਨ ਸਾਹਿਬ ਨੂੰ ਸਾਹਿਤ ਅਕਾਡਮੀ ਪੁਰਸਕਾਰ ਮਿਲਣ 'ਤੇ ਬਹੁਤ ਬਹੁਤ ਮੁਬਾਰਕ ਪੇਸ਼ ਕਰਦੇ ਹਾਂ ਅਤੇ ਸਾਡੇ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਉਹਨਾਂ ਦੀਆਂ ਪੁਸਤਕਾਂ ਨੇ, ਖਾਸ ਤੌਰ 'ਤੇ ਸੂਲਾਂ ਦਾ ਸਾਲਣ, ਅਤੇ ਉਸ ਨੂੰ ਜ਼ਰੂਰ ਪੜ੍ਹਨ। ਸੋ ਦੋਸਤੋ, ਇਹਨਾਂ ਦੀਆਂ ਜਿਹੜੀਆਂ ਹੋਰ ਪੁਸਤਕਾਂ ਨੇ ਉਹਨਾਂ ਦੇ ਨਾਂ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਤੋ ਉਹ ਹਨ ਜੇਲਮ ਵਗਦਾ ਰਿਹਾ, ਗੋਰੀ ਫਸਲ ਦੇ ਸੌਦਾਗਰ, ਡੂੰਘੇ ਪਾਣੀਆਂ ਦਾ ਦੁੱਖ, ਬਲਦੀ ਬਰਫ਼ ਦਾ ਸੇਕ, ਸੂਲਾਂ ਦਾ ਛਾਲਣ ਤੇ ਇਸ਼ਕ ਮਲੰਗੀ। ਸੂਲਾਂ ਦੇ ਸਾਲਣ ਨੂੰ ਤਾਂ ਪੁਰਸਕਾਰ ਮਿਲਿਆ ਹੀ ਹੈ। ਸੋ ਦੋਸਤੋ, ਉਮੀਦ ਕਰਦਾ ਹਾਂ ਕਿ ਤੁਸੀਂ ਜਿੱਥੇ ਸਾਹਿਤ ਨਾਲ ਜੁੜੇ ਰਹੋਗੇ ਉੱਥੇ ਆਉਣ ਵਾਲੇ ਸਾਲ ਦੇ ਵਿੱਚ ਸਾਡੀ ਪੌਡਕਾਸਟ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ। ਸੋ ਪੌਡਕਾਸਟ ਦੇ ਵਿੱਚ ਆਪਾਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ। ਤੁਹਾਨੂੰ ਕਿਤਾਬਾਂ ਦੀ ਜਾਣਕਾਰੀ ਤਾਂ ਦਿੰਦੇ ਹੀ ਹਾਂ ਆਪਾਂ, ਤੋਂ ਹੁਣ ਜਿਹੜੇ ਹਨ ਉਹ ਤੁਹਾਡੇ ਨਾਲ ਅਸੀਂ ਮੁਲਾਕਾਤਾਂ ਨੇ ਜਿਹੜੀਆਂ ਸਾਹਿਤਕਾਰਾਂ ਦੀਆਂ ਜਾਂ ਵਿਗਿਆਨੀਆਂ ਦੀਆਂ ਜਾਂ ਜਿਨ੍ਹਾਂ ਦੀਆਂ ਕਿਸੇ ਖੇਤਰ ਦੇ ਵਿੱਚ ਪ੍ਰਾਪਤੀਆਂ ਨੇ ਉਹ ਵੀ ਅਸੀਂ ਤੁਹਾਡੇ ਨਾਲ ਕਰਾਵਾਂਗੇ। ਅਤੇ ਕੈਨੇਡਾ ਬਾਰੇ, ਟੋਰਾਂਟੋ ਬਾਰੇ ਜਿਹੜੀ ਜਾਣਕਾਰੀ ਤੁਹਾਨੂੰ ਉਹ ਵੀ ਅਸੀਂ ਦੇਵਾਂਗੇ ਤਾਂ ਕਿ ਤੁਸੀਂ ਦੂਰ ਦੁਰਾਡੇ ਬੈਠੇ ਇਹਨਾਂ ਮੁਲਕਾਂ ਬਾਰੇ ਜਾਣ ਸਕੋ, ਇੱਥੋਂ ਦੀਆਂ ਸਮੱਸਿਆਵਾਂ, ਰਾਜਨੀਤੀ, ਪੰਜਾਬ ਦੀ ਰਾਜਨੀਤੀ, ਅਤੇ ਇਹ ਤਾਂ ਦੱਸਾਂਗੇ ਹੀ, ਅਤੇ ਨਾਲ ਅਸੀਂ ਤੁਹਾਨੂੰ ਜਿਹੜਾ ਹੈਗਾ ਟਰੈਵਲ ਕਰਾਵਾਂਗੇ, ਦੁਨੀਆ ਦੀਆਂ ਜਿਹੜੀਆਂ ਵੱਖ-ਵੱਖ ਥਾਵਾਂ ਨੇ ਉਹ ਦਿਖਾਵਾਂਗੇ, ਵਿਗਿਆਨਕ ਜਾਣਕਾਰੀਆਂ ਦੇਵਾਂਗੇ। ਤੋ ਇੱਥੋਂ ਦਾ ਜਿਹੜਾ ਮਾਹੌਲ ਹੈ ਇਸ ਵਕਤ, ਅੱਜ ਕੱਲ੍ਹ ਜਿਹੜਾ ਮੌਸਮ ਹੈ ਉਹ ਕਾਫੀ ਬਰਫੀਲਾ ਮੌਸਮ ਹੈ, ਬਰਫ਼ ਪੈ ਰਹੀ ਹੈ। ਅਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਆਪਣੇ ਕੰਮਾਂ 'ਤੇ ਨੂੰ ਜਾਵੋ, ਟਰੈਵਲ ਕਰੋ, ਤਾਂ ਕਦੇ ਵੀ ਕਾਹਲੀ ਨਾ ਕਰੋ। ਤੋ ਇਤਿਆਦ ਨਾਲ ਜਿਹੜੀਆਂ ਗੱਡੀਆਂ ਚਲਾਓ। ਅਤੇ ਤੁਸੀਂ ਦੇਖਿਆ ਹੋਣਾ ਕਿ ਦੁਨੀਆ ਦੇ ਜਿਹੜੇ ਮੌਸਮ ਨੇ ਉਹ ਲਗਾਤਾਰ ਬਦਲ ਰਹੇ ਨੇ। ਅਤੇ ਜੇ ਆਪਾਂ ਜਾਈਏ ਕੈਲਗਰੀ, ਐਡਮਿੰਟਨ, ਇੱਧਰ ਕਾਫੀ ਸਰਦੀ ਪੈ ਰਹੀ ਹੈ, ਅਤੇ ਵੈਨਕੂਵਰ ਦੇ ਵਿੱਚ ਜਿੱਥੇ ਕਦੇ ਬਰਫ਼ ਨਹੀਂ ਸੀ ਪੈਂਦੀ ਹੁੰਦੀ, ਅਤੇ ਉੱਥੇ ਵੀ ਅੱਜ ਕੱਲ੍ਹ ਜਿਹੜੀ ਬਰਫ਼ ਹੈ ਉਹ ਪੈ ਰਹੀ ਹੈ। ਅਤੇ ਇਸ ਤਰ੍ਹਾਂ ਜਿਹੜਾ ਹੈਗਾ ਆਲੇ ਦੁਆਲੇ ਦਾ ਜਿਹੜਾ ਵਾਤਾਵਰਨ ਹੈ ਉਹ ਚੇਂਜ ਹੋ ਰਿਹਾ ਹੈ। ਅਤੇ ਅਸੀਂ ਕੋਸ਼ਿਸ਼ ਕਰਨੀ ਹੈ ਕਿ ਜੇ ਮਨੁੱਖਤਾ ਨੂੰ ਅਸੀਂ ਬਚਾਈ ਰੱਖਣਾ ਹੈ ਤਾਂ ਇੱਕ ਤਾਂ ਅਸੀਂ ਪੋਲਿਊਸ਼ਨ ਨਾ ਫੈਲਾਈਏ, ਅਤੇ ਇੱਕ ਜਿਹੜੀ ਮੌਸਮਾਂ ਦੇ ਵਿੱਚ ਆ ਰਹੀ ਤਬਦੀਲੀ ਹੈ ਇਹਦਾ ਕਾਰਨ ਵੀ ਅਸੀਂ ਲੋਕ ਹਾਂ। ਤੋਂ ਅਸੀਂ ਇਹ ਅਹਿਦ ਲਈਏ ਕਿ ਅਗਲੇ ਸਾਲ ਦੇ ਵਿੱਚ ਅਸੀਂ ਕੋਸ਼ਿਸ਼, ਹਰ ਵਿਅਕਤੀ ਨੇ ਕੋਸ਼ਿਸ਼ ਕਰਨੀ ਹੈ ਕਿ ਉਹ ਵਾਤਾਵਰਨ ਨੂੰ ਖਰਾਬ ਨਾ ਕਰੇ ਅਤੇ ਵਾਤਾਵਰਨ ਦੀ ਸੰਭਾਲ ਕਰੇ, ਅਤੇ ਵਾਤਾਵਰਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰਦੂਸ਼ਣ ਨਾ ਫੈਲਾਵੇ। ਤੋਂ ਇਹ ਜਿਹੜੀ ਹੈ ਪ੍ਰਾਪਤੀ ਹੈ, ਕਿਉਂਕਿ ਅਸੀਂ ਜਿਹੜਾ ਸਾਡੀ ਧਰਤੀ ਹੈ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਦੇ ਕੇ ਜਾਣਾ ਹੈ, ਸੁਰੱਖਿਅਤ ਦੇ ਕੇ ਜਾਣਾ ਹੈ। ਅਤੇ ਇਹ ਜਿਹੜੀਆਂ ਬਿਮਾਰੀਆਂ ਵਗੈਰਾ ਵੀ ਆ ਰਹੀਆਂ ਨੇ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਬਹੁਤ ਸਾਰੇ ਜਿਹੜੇ ਕੈਮੀਕਲ ਨੇ ਉਹ ਵਰਤਣੇ ਸ਼ੁਰੂ ਕਰ ਦਿੱਤੇ ਨੇ। ਸਾਡਾ ਜਿਹੜਾ ਫੂਡ ਹੈ ਉਹ ਜ਼ਹਿਰੀਲਾ ਹੋ ਚੁੱਕਿਆ ਹੈ, ਸਾਡਾ ਜਿਹੜਾ ਪਾਣੀ ਹੈ ਜ਼ਹਿਰੀਲਾ ਹੋ ਚੁੱਕਿਆ, ਸਾਡੀ ਜਿਹੜੀ ਹਵਾ ਹੈ ਉਹ ਜ਼ਹਿਰੀਲੀ ਹੋ ਚੁੱਕੀ ਹੈ। ਸੋ ਆਓ ਦੋਸਤੋ, ਕੋਸ਼ਿਸ਼ ਕਰੀਏ ਕਿ ਆਉਣ ਵਾਲੇ ਸਾਲ ਦੇ ਵਿੱਚ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਧਿਆਨ ਦਈਏ। ਅਤੇ ਉਮੀਦ ਕਰਦਾ ਹਾਂ ਕਿ ਜਿਹੜੇ ਆਉਣ ਵਾਲੇ ਸਾਲ ਦੇ ਵਿੱਚ ਜਿਹੜਾ ਚੰਗਾ ਸਾਹਿਤ ਲਿਖਿਆ ਜਾਵੇਗਾ, ਚੰਗੇ ਨਾਵਲ, ਚੰਗੀਆਂ ਕਹਾਣੀਆਂ ਆਉਣਗੀਆਂ, ਅਤੇ ਜਿਹੜਾ ਮਨੁੱਖਤਾ ਜਿਹੜੀ ਹੈ ਉਸ ਨੂੰ ਕੋਈ ਸੁੱਖ ਦਾ ਸਾਹ ਮਿਲੇਗਾ। ਇਹ ਜਿਹੜੇ ਕੋਵਿਡ ਵਗੈਰਾ ਦੇ ਵੇਰੀਐਂਟ ਆ ਰਹੇ ਨੇ ਤਾਂ ਉਹਨਾਂ ਨੂੰ ਕੋਈ ਰੁਕਾਵਟ ਆਏਗੀ ਉਹਨਾਂ ਦੇ ਵਿੱਚ। ਅਤੇ ਜਿੰਨੇ ਵੀ ਵਿਗਿਆਨੀ ਹਨ, ਜਿੰਨੇ ਵੀ ਡਾਕਟਰ ਹਨ, ਜਿੰਨੇ ਵੀ ਫਰੰਟ ਲਾਈਨਰ ਹਨ, ਤਾਂ ਜਿਨ੍ਹਾਂ ਨੇ ਇਸ ਮਾਹੌਲ ਦੇ ਵਿੱਚ ਮੂਹਰੇ ਹੋ ਕੇ ਇੱਕ ਚੰਗੇ ਸੈਨਿਕ ਵਾਂਗ, ਇੱਕ ਯੋਧੇ ਵਾਂਗ ਕੰਮ ਕੀਤਾ ਜਾਂ ਲੜੇ, ਜਾਂ ਭਾਵੇਂ ਉਹ ਸਾਡੇ ਡਰਾਈਵਰ ਵੀਰ ਸਨ, ਭਾਵੇਂ ਉਹ ਸਾਡੇ ਹੋਰ ਜਿਹੜੇ ਵੀ ਖੇਤਰਾਂ ਨਾਲ ਸੰਬੰਧਿਤ ਸਨ, ਤਾਂ ਉਹਨਾਂ ਸਾਰਿਆਂ ਨੂੰ ਸਾਡਾ ਸਿਰ ਝੁਕਦਾ ਹੈ। ਤਾਂ ਉਮੀਦ ਕਰਦਾ ਹਾਂ ਕਿ ਤੁਹਾਡੇ ਸਾਰਿਆਂ ਲਈ ਜਿਹੜਾ ਸਾਲ 2022 ਹੈ ਇਹ ਖੁਸ਼ੀਆਂ ਅਤੇ ਤੰਦਰੁਸਤੀਆਂ ਲੈ ਕੇ ਆਵੇਗਾ। ਸੋ ਉਮੀਦ ਕਰਦਾ ਹਾਂ ਦੋਸਤੋ ਤੁਸੀਂ ਇਸ ਪੌਡਕਾਸਟ ਨੂੰ ਪਸੰਦ ਕਰਦੇ ਹੋਏ ਸਬਸਕ੍ਰਾਈਬ ਕਰੋਗੇ, ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋਗੇ, ਅਤੇ ਇਸ ਨੂੰ ਆਪਣੇ ਪੇਜ ਦੇ ਉੱਪਰ ਸ਼ੇਅਰ ਵੀ ਕਰੋਗੇ। ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹ ਸਾਲ ਦੇ ਅੰਤ ਤੱਕ ਆਪਾਂ ਇਹਨਾਂ ਪ੍ਰੋਗਰਾਮਾਂ ਨੂੰ ਇਸੇ ਤਰ੍ਹਾਂ ਹੀ ਤੁਹਾਡੇ ਸਹਿਯੋਗ ਸਦਕਾ ਚੱਲਦਾ ਰੱਖ ਸਕੀਏ। ਸੋ ਮੇਜਰ ਮਾਰਕ ਤੋਂ ਫਿਰ ਇੱਥੇ ਹੀ ਆਗਿਆ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ।